ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਲ ਰਾਜਾ ਘਰ ਆਪਣੇ, ਅੰਦਰ ਬੈਠਾ ਜਗ ਕਰਾਵੇ। ਬਾਵਨ ਰੂਪੀ ਆਇਆ, ਚਾਰ ਵੇਦ ਮੁਖ ਪਾਠ ਸੁਣਾਵੇ। ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੈ। ਅਛਲ ਛਲਣ ਤੁਧ ਆਇਆ, ਸੁਕਰ ਪੁਰੋਹਿਤ ਕਹਿ ਸਮਝਾਵੇ। ਕਰੋ ਅਟਾਈ ਧਰਤ ਮੰਗ, ਪਿਛਹੁ ਦੇ ਤ੍ਰਿਹੁ ਲੋਅ ਨ ਮਾਵੈ। ਦੁਇ ਕਰਮਾਂ ਕਰ ਤਿੰਨ ਲੋਅ, ਬਲ ਰਾਜਾ ਲੈ ਮਗਰ ਮਿਣਾਵੇ। ਬਲ ਛਲ ਆਪ ਛਲਾਇਨ, ਹੋਏ ਦਇਆਲ ਮਿਲੈ ਗਲ ਲਾਵੇ। ਦਿੱਤਾ ਰਾਜ ਪਤਾਲ ਦਾ, ਹੋਏ ਅਧੀਨ ਭਗਤ ਜਸ ਗਾਵੇ। ਹੋਏ ਦਰਵਾਨ ਮਹਾ ਸੁਖ ਪਾਵੇ। ਹੋਏ ਦਰਬਾਨ ਮਹਾ ਸੁਖ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਦਸਵੀਂ ਵਾਰ ਦੀ ਤੀਜੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਕਿ ਕੱਲ ਜ਼ਿਕਰ ਕੀਤਾ ਸੀ, ਭਾਈ ਗੁਰਦਾਸ ਸਾਹਿਬ ਜੀ ਇਸ ਦਸਵੀਂ ਵਾਰ ਦੇ ਵਿੱਚ ਜਿਹੜੇ ਭਗਤ ਹੋਏ ਹੈ, ਭਾਵੇਂ ਉਹ ਰਾਜੇ ਸੀ, ਭਾਵੇਂ ਅਮੀਰ ਸੀ, ਭਾਵੇਂ ਗਰੀਬ ਸੀ, ਜਿਨ੍ਹਾਂ ਨੇ ਪਰਮੇਸ਼ਰ ਨੂੰ ਰਿਝਾਇਆ, ਪ੍ਰਸੰਨ ਕੀਤਾ, ਉਹਨਾਂ ਦੀ ਜੋ ਕਥਾ ਹੈ ਉਹਦਾ ਜ਼ਿਕਰ ਦਸਵੀਂ ਵਾਰ ਵਿੱਚ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ। ਇਸ ਵਾਰ ਨੂੰ ਭਗਤ ਰਤਨਾਵਲੀ ਵੀ ਵਿਦਵਾਨ ਕਹਿੰਦੇ ਹੈ। ਸੋ ਕੱਲ ਭਗਤ ਧਰੂ ਤੇ ਭਗਤ ਪ੍ਰਹਿਲਾਦ, ਉਹਨਾਂ ਦੀ ਕਥਾ ਭਾਈ ਗੁਰਦਾਸ ਸਾਹਿਬ ਜੀ ਨੇ ਨਿਰੂਪਣ ਕੀਤੀ ਸੀ। ਇਹ ਸਤਿਯੁਗ ਦੇ ਭਗਤ ਹਨ, ਭਗਤ ਧਰੂ, ਭਗਤ ਪ੍ਰਹਿਲਾਦ। ਤੇ ਅੱਜ ਤੀਜੀ ਪੌੜੀ ਵਿੱਚ ਰਾਜੇ ਬਲ ਦਾ ਜ਼ਿਕਰ ਕਰ ਰਹੇ ਹੈ। ਇਹ ਵੀ ਰਾਜਾ ਬਲ ਸਤਿਯੁਗ ਦਾ ਭਗਤ ਸੀ। ਮਨ ਵਿੱਚ ਕੁਝ ਹੰਕਾਰ ਸੀ, ਤੋ ਇਹਦਾ ਹੰਕਾਰ ਜਿਹੜਾ ਉਹ ਤੋੜਿਆ, ਔਰ ਨਾਲ ਭਾਈ ਗੁਰਦਾਸ ਸਾਹਿਬ ਨੇ ਸਿੱਖਿਆ ਵੀ ਦਿੱਤੀ ਹੈ
ਕਿ ਜਿਹੜਾ ਗੁਰੂ ਦਾ ਬਚਨ ਨਹੀਂ ਮੰਨਦਾ ਉਹਦੇ ਨਾਲ ਫਿਰ ਇਸ ਤਰ੍ਹਾਂ ਹੁੰਦੀ ਹੈ। ਸੋ ਆਓ ਇਸ ਤੀਜੀ ਪੌੜੀ ਦੀ ਕਥਾ ਵਿਚਾਰ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ। ਵਾਹਿਗੁਰੂ ਜੀ। ਬਲ ਰਾਜਾ ਘਰ ਆਪਣੇ, ਅੰਦਰ ਬੈਠਾ ਜਗ ਕਰਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਲ ਰਾਜਾ, ਰਾਜੇ ਦਾ ਨਾਮ ਬਲ ਹੈ। ਇਹ ਧਰਮੀ ਸੀ, ਯੱਗ ਇਤਿਆਦਿਕ ਬਹੁਤ ਕਰਾਉਂਦਾ ਸੀ। ਬਲ ਰਾਜਾ ਘਰ ਆਪਣੇ, ਅੰਦਰ ਬੈਠਾ ਜਗ ਕਰਾਵੇ। ਬਲ ਰਾਜਾ ਆਪਣੇ ਘਰ ਦੇ ਵਿੱਚ ਅੰਦਰ ਆਪਣੀ ਰਾਜਧਾਨੀ ਵਿੱਚ ਬੈਠਾ ਹੋਇਆ ਯੱਗ ਕਰਵਾ ਰਿਹਾ ਸੀ। 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। ਤੇ ਇਹ ਰਾਜਾ ਬਲ ਯੱਗ ਕਰਵਾ ਰਿਹਾ ਸੀ ਆਪਣੇ ਘਰ ਵਿੱਚ, ਆਪਣੀ ਰਾਜਧਾਨੀ ਵਿੱਚ ਬੈਠਾ। ਇਹਦੇ ਮਨ ਵਿੱਚ ਸੀ ਮੈਂ ਸੁਰਗਪੁਰੀ ਦਾ ਰਾਜ ਲੈਣਾ, ਉੱਥੋਂ ਦਾ ਰਾਜਾ ਬਣਨਾ ਹੈ। ਇਹ ਪੌਰਾਣਿਕ ਕਥਾ ਹੈ। ਇਹਦਾ ਜ਼ਿਕਰ ਰਾਜੇ ਬਲ ਦਾ, ਭਗਤ ਅਮਰੀਕ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪ ਜੀ ਨੂੰ ਬਹੁਤ ਵਾਰ ਮਿਲੇਗਾ। ਤੇ 100 ਜੱਗ ਜਦੋਂ ਇਹਨੇ ਪੂਰੇ ਕਰ ਲੈਣੇ ਸੀ, ਫਿਰ ਕਿਤੇ ਜਾ ਕੇ ਇਹਨੂੰ ਇੰਦਰਪੁਰੀ ਦਾ ਕਹਿੰਦੇ ਰਾਜ ਮਿਲਣਾ ਸੀ। 99 ਯੱਗ ਰਾਜੇ ਬਲ ਨੇ ਪੂਰੇ ਕਰ ਲਏ। ਜੋ ਕੋਈ ਮੰਗਣ ਆਉਂਦਾ ਸੀ ਉਹਨੂੰ ਦਿੰਦਾ ਏ, ਦਾਨ ਦਿੰਦਾ ਏ। ਔਰ ਜੱਗ ਕਰਦਿਆਂ ਹੋਇਆਂ ਇਹ ਕਿਸੇ ਨੂੰ ਖਾਲੀ ਨਹੀਂ ਸੀ ਮੋੜਦਾ। ਕੋਈ ਵੀ ਆਵੇ ਉਹਨੂੰ ਜ਼ਰੂਰ ਇਹ ਦਾਨ ਦਿੰਦਾ ਸੀ। ਜਦੋਂ 99 ਜੱਗ ਪੂਰੇ ਹੋ ਗਏ, 100ਵਾਂ ਜੱਗ ਕਰਵਾ ਰਿਹਾ ਸੀ, ਇਕੋਤਰੀ ਪੂਰੀ ਹੋ ਜਾਣੀ ਸੀ। ਰਾਜੇ ਦੇ ਮਨ ਵਿੱਚ ਵੀ ਹੰਕਾਰ ਸੀ, ਮੇਰਾ ਯੱਗ ਹੁਣ ਪੂਰਾ ਹੋਣ ਵਾਲਾ ਹੈ, ਸੁਰਗਪੁਰੀ ਦਾ ਰਾਜ ਮੈਨੂੰ ਮਿਲ ਜਾਣਾ ਹੈ। ਹੰਕਾਰ ਸੀ ਅੰਦਰ। ਉਧਰ ਇੰਦਰ ਨੂੰ ਚਿੰਤਾ ਪੈ ਗਈ ਕਿ ਜੇ ਉਹਦਾ 100ਵਾਂ ਜੱਗ ਪੂਰਾ ਹੋ ਗਿਆ ਤੇ ਰਾਜ ਮੈਥੋਂ ਖੋਇਆ ਜਾਣਾ। ਉਹਨੇ ਵਿਸ਼ਨੂੰ ਜੀ ਦੇ ਕੋਲ ਜਾ ਕੇ ਪੁਕਾਰ ਕੀਤੀ ਕਿ ਜਿਵੇਂ ਕਿਵੇਂ ਹੋਵੇ ਵੀ ਮੈਨੂੰ ਬਚਾਓ, ਮੈਥੋਂ ਰਾਜ ਖੋਹ ਲਵੇਗਾ ਬਲ ਰਾਜਾ। ਉਦੋਂ ਫਿਰ ਦੇਵਤਿਆਂ ਦੀ ਬੇਨਤੀ ਨੂੰ ਮੰਨ ਕੇ ਰਾਜੇ ਬਲ ਦੇ 100ਵੇਂ ਜੱਗ ਦੇ ਵਿੱਚ ਵਿਘਨ ਪਾਉਣ ਲਈ, ਇਹਨੂੰ ਛਲਣ ਵਾਸਤੇ ਵਿਸ਼ਨੂੰ ਨੇ 52 ਅਵਤਾਰ ਧਾਰਿਆ। 52 ਜਿਹੜਾ ਬਾਉਣਾ ਸੀ। 52 ਉਂਗਲ ਵੀ ਕਹਿੰਦੇ ਹੈ। ਜਿਵੇਂ ਆਪਾਂ ਕੋਈ ਚੀਜ਼ ਬਣੀਏ 4 ਉਂਗਲਾਂ 8 ਉਂਗਲਾਂ, ਇਸ ਤਰ੍ਹਾਂ 52 ਉਂਗਲਾਂ ਉਹਦਾ ਕੱਦ ਸੀ, ਬਹੁਤ ਬਾਉਣਾ ਸੀ। ਤੇ ਉਹ ਰੂਪ ਧਾਰ ਕੇ ਤੇ ਰਾਜੇ ਬਲ ਕੋਲ ਆ ਗਿਆ। ਉਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। 52 ਅਵਤਾਰ ਧਾਰ ਕੇ, ਬਾਉਣਾ ਅਵਤਾਰ 52 ਉਂਗਲਾਂ ਦਾ, ਜਿਹਦਾ ਕੱਦ ਹੀ 52 ਉਂਗਲ ਸੀ, ਉਹ ਅਵਤਾਰ ਧਾਰ ਕੇ ਵਿਸ਼ਨੂੰ ਜੀ ਰਾਜੇ ਬਲ ਦੇ ਘਰ ਦੇ ਅੱਗੇ ਆ ਗਏ, ਜਿੱਥੇ ਯੱਗ ਕਰਵਾ ਰਿਹਾ ਸੀ। ਬ੍ਰਾਹਮਣ ਦਾ ਭੇਸ ਧਾਰਿਆ ਹੈ, ਛੋਟਾ ਜਿਹਾ ਬ੍ਰਾਹਮਣ ਹੈ ਬਾਉਣਾ। ਤੇ ਉੱਥੇ ਬਾਹਰ ਆ ਕੇ ਨਾ 4 ਵੇਦਾਂ ਦਾ ਪਾਠ ਮੂੰਹ ਜ਼ਬਾਨੀ ਸੁਣਾਉਂਦਾ ਹੈ ਇਹ ਬ੍ਰਾਹਮਣ। ਵੇਦਾਂ ਨੂੰ ਕੰਠ ਕਰਨਾ, ਚੇਤੇ ਕਰਨਾ ਬੜਾ ਔਖਾ ਹੈ। ਜਿਹੜੇ ਉੱਥੇ ਲੋਕ ਸੀ, ਪਹਿਰੇਦਾਰ ਸੀ, ਉਹਨਾਂ ਨੇ ਵੇਖਿਆ ਵੀ ਇਹ ਬ੍ਰਾਹਮਣ, ਛੋਟਾ ਜਿਹਾ ਬ੍ਰਾਹਮਣ ਆਇਆ ਹੈ, 4 ਵੇਦ ਜ਼ਬਾਨੀ ਕੰਠ ਨੇ, 4 ਵੇਦਾਂ ਦਾ ਪਾਠ ਸੁਣਾ ਰਿਹਾ ਹੈ। ਬੜੀ ਮਧੁਰ ਆਵਾਜ਼ ਹੈ, ਸੁੰਦਰ ਆਵਾਜ਼ ਹੈ, ਪੂਰੀ ਲੈਅ ਦੇ ਵਿੱਚ ਵੇਦਾਂ ਦਾ ਪਾਠ ਸੁਣਾ ਰਿਹਾ ਹੈ।
ਬਾਵਨ ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। ਸੋ ਉੱਥੇ 52 ਅਵਤਾਰ ਨੇ ਬ੍ਰਾਹਮਣ ਦੇ ਭੇਸ ਦੇ ਵਿੱਚ 4 ਵੇਦਾਂ ਦਾ ਪਾਠ ਕੰਠ ਸੁਣਾਇਆ। ਮੁੱਖ ਪਾਠ ਦਾ ਅਰਥ ਕੰਠ, ਮੂੰਹ ਜ਼ਬਾਨੀ ਸੁਣਾਇਆ। ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੈ। ਰਾਜੇ ਬਲ ਨੂੰ ਜਦੋਂ ਪਤਾ ਲੱਗਾ ਵੀ ਕੋਈ ਬ੍ਰਾਹਮਣ ਆਇਆ, ਵੇਦਾਂ ਦਾ ਪਾਠ ਕੰਠ ਸੁਣਾ ਰਿਹਾ, ਰਾਜੇ ਨੇ ਅੰਦਰ ਸੱਦ ਲਿਆ ਆਪਣੇ, ਜਿੱਥੇ ਯੱਗ ਕਰਵਾ ਰਿਹਾ ਸੀ ਮਹਿਲਾਂ 'ਚ। ਜਦੋਂ ਅੰਦਰ ਸੱਦਿਆ, ਅੰਦਰ ਜਾ ਕੇ ਵੀ 52 ਅਵਤਾਰ ਨੇ ਉਸ ਬ੍ਰਾਹਮਣ ਨੇ ਵੇਦਾਂ ਦਾ ਪਾਠ ਸੁਣਾਇਆ ਸੁਰੀਲੀ ਆਵਾਜ਼ ਵਿੱਚ। ਰਾਜਾ ਬਲ ਖੁਸ਼ ਹੋ ਗਿਆ, ਕਹਿੰਦਾ ਹੈ ਸੁਆਮੀ ਜੀ, ਮਾਲਕ ਜੀ, ਇਹ ਬ੍ਰਾਹਮਣ ਜੀ, ਮੈਂ ਬਹੁਤ ਖੁਸ਼ ਹਾਂ, 4 ਵੇਦ ਤੁਹਾਨੂੰ ਕੰਠ ਨੇ, ਆਵਾਜ਼ ਬੜੀ ਸੁਰੀਲੀ ਹੈ, ਕੰਠ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਵੇਦਾਂ ਦਾ ਪਾਠ। ਜੋ ਤੁਹਾਨੂੰ ਚਾਹੀਦਾ ਉਹ ਮੰਗੋ, ਮੈਂ ਦੇਵਾਂਗਾ। ਮੰਗ ਸੁਆਮੀ ਜੋ ਤੁਧ ਭਾਵੈ, ਇਹ ਮਾਲਕ ਜੀ ਮੰਗੋ, ਜੋ ਵੀ ਕਹੋਗੇ ਉਹ ਮਿਲੇਗਾ। ਅਛਲ ਛਲਣ ਤੁਧ ਆਇਆ, ਸੁਕਰ ਪੁਰੋਹਿਤ ਕਹਿ ਸਮਝਾਵੈ। ਜਦ ਰਾਜੇ ਬਲ ਨੇ ਕਿਹਾ ਵੀ ਮੰਗੋ, ਸੀ ਤੇ ਉਹ ਛੋਟਾ ਜਿਹਾ ਬ੍ਰਾਹਮਣ, ਅਤੇ ਜਿਹੜਾ ਰਾਜੇ ਬਲ ਦਾ ਅਤੇ ਦੈਂਤਾਂ ਦਾ ਗੁਰੂ ਸੀ ਨਾ, ਪੁਰੋਹਿਤ ਸੁਕਰ, ਇਹਨਾਂ ਦਾ ਗੁਰੂ ਸੀ, ਰਾਜੇ ਬਲ ਦਾ ਗੁਰੂ ਸੀ ਸ਼ੁਕਰ ਪੁਰੋਹਿਤ। ਉਹ ਇਸ ਗੱਲ ਨੂੰ ਪਛਾਣ ਗਿਆ, ਉਹ ਜਾਣ ਗਿਆ ਵੀ ਇਹ ਬ੍ਰਾਹਮਣ ਨਹੀਂ ਹੈ, ਇਹ ਤਾਂ ਰਾਜੇ ਨੂੰ ਛਲਣ ਵਾਸਤੇ ਵਿਸ਼ਨੂੰ ਆਪ ਇਹ ਰੂਪ ਧਾਰ ਕੇ ਆਇਆ ਹੈ। ਸ਼ੁਕਰ ਇਸ ਗੱਲ ਨੂੰ ਜਾਣ ਕੇ ਉਹਨੇ ਰਾਜੇ ਨੂੰ ਸਮਝਾਇਆ ਵੀ ਰਾਜਾ ਬਲ, ਵੇਖੀ ਕਿਤੇ ਧੋਖਾ ਨਾ ਖਾ ਜਾਵੇਂ, ਇਹਨੂੰ ਬ੍ਰਾਹਮਣ ਨਾ ਸਮਝ ਲਵੀਂ ਛੋਟਾ ਜਿਹਾ, ਇਹ ਵਿਸ਼ਨੂੰ ਰੂਪ ਧਾਰ ਕੇ ਆਇਆ, ਬ੍ਰਾਹਮਣ ਵਾਲਾ ਤੈਨੂੰ ਛਲਣ ਵਾਸਤੇ ਆਇਆ ਹੈ। ਅਛਲ, ਜਿਹੜਾ ਆਪ ਅਛਲ ਛਲਿਆ ਨਹੀਂ ਜਾਣ ਵਾਲਾ, ਛਲਣ ਤੁਧ ਆਇਆ, ਉਹ ਵਿਸ਼ਨੂੰ ਭਗਵਾਨ ਤੈਨੂੰ ਛਲਣ ਵਾਸਤੇ ਆਇਆ ਹੈ। ਸੁਕਰ ਪੁਰੋਹਿਤ ਕਹਿ ਸਮਝਾਵੈ। ਸੋ ਗੁਰੂ ਸੀ ਰਾਜੇ ਦਾ, ਬਹੁਤ ਕਹਿ ਕੇ ਸਮਝਾਇਆ, ਰਾਜਾ ਮੰਨਿਆ ਨਹੀਂ, ਕਹਿੰਦਾ ਵੀ ਛੋਟਾ ਜਿਹਾ ਬ੍ਰਾਹਮਣ ਹੈ, ਇਹਨੇ ਕੀ ਕਰ ਲੈਣਾ। ਹੋਰ ਜਿਹੜੇ ਦੈਂਤ ਸੀ ਉਹ ਵੀ ਕਿੱਥੇ ਮੰਨੇ, ਕਹਿੰਦੇ ਛੋਟੀ ਜੀ ਕਾਇਆ ਹੈ, ਕਰੇਗਾ ਕੀ ਹੈ, ਸਾਡੇ ਜੱਗ ਵਿੱਚ ਵਿਘਨ ਕਿਵੇਂ ਪਾ ਦੇਵੇਗਾ, ਸਾਡਾ ਜੱਗ ਤਾਂ ਹੁਣ ਸੰਪੂਰਨ ਹੋਣ ਵਾਲਾ, ਇਹ ਵਿਘਨ ਨਹੀਂ ਪਾ ਸਕਦਾ। ਰਾਜਾ ਬਲ ਨਾ ਮੰਨਿਆ ਅਤੇ ਬ੍ਰਾਹਮਣ ਨੂੰ ਕਿਹਾ ਵੀ ਮੰਗ, ਜੋ ਚਾਹੀਦਾ ਉਹ ਮਿਲੇਗਾ, ਮੈਂ ਸੰਕਲਪ ਕਰਦਾ ਹਾਂ ਤੈਨੂੰ ਦਾਨ ਦੇਣ ਦਾ। ਤਾਂ ਫਿਰ ਕਰੋ 28 ਧਰਤ ਮੰਗ, ਪਿਛਹੁ ਦੇ ਤ੍ਰਿਹੁ ਲੋ ਨ ਮਾਵੈ। ਉਸ ਬ੍ਰਾਹਮਣ ਨੇ 2.5 ਕਰਮ ਧਰਤੀ ਮੰਗੀ ਕਿ ਮੈਨੂੰ 2.5 ਕਦਮ ਜ਼ਮੀਨ ਚਾਹੀਦੀ ਹੈ, ਤੇਰੇ ਦਰਬਾਰ ਦੇ, ਤੇਰੇ ਮਹਿਲਾਂ ਦੇ ਅੱਗੇ ਮੈਂ ਕੁਟੀਆ ਬਣਾ ਕੇ ਰਹਿਣਾ ਹੈ, ਉੱਥੇ ਮੈਂ ਬੰਦਗੀ ਕਰਿਆ ਕਰਨੀ, ਉਸ ਕੁਟੀਆ ਵਿੱਚ ਰਿਹਾ ਕਰਾਂਗਾ। ਰਾਜਾ ਬਲ ਹੱਸ ਪਿਆ, ਕਹਿੰਦਾ ਬਸ 2.5 ਕਦਮ, ਕੋਈ ਹੀਰੇ ਜਵਾਹਰਾਤ, ਕੋਈ ਧਨ, ਕੋਈ ਖਜ਼ਾਨਾ ਮੰਗਦਾ, ਉਹ ਮੈਂ ਤੈਨੂੰ ਦੇ ਦਿੰ, ਤੂੰ ਤਾਂ ਮੰਗ ਹੀ ਬਹੁਤ ਛੋਟੀ ਕੀਤੀ ਹੈ, ਸਿਰਫ 2.5 ਕਦਮਾਂ ਜ਼ਮੀਨ। ਕਰੋ 28 ਧਰਤ ਮੰਗ। ਚੱਲ ਠੀਕ, ਮੈਂ ਦਾਨ ਦੇਣ ਦਾ ਸੰਕਲਪ ਕਰ ਦਿੱਤਾ, 2.5 ਕਦਮ ਜ਼ਮੀਨ ਤੈਨੂੰ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਪਿਛਹੁ ਦੇ ਤ੍ਰਿਹੁ ਲੋ ਨ ਮਾਵੈ। ਪੁਰਾਣਕ ਕਥਾ ਨੂੰ ਦਰਜ ਕਰ ਰਹੇ ਹੈ। ਉਹਦੇ ਮਹਿਲਾਂ ਤੋਂ ਬਾਹਰ ਨਿਕਲ ਕੇ ਜਿਹੜਾ ਇਹ ਬ੍ਰਾਹਮਣ ਸੀ ਨਾ, 52 ਅਵਤਾਰ, ਇਹਨੇ ਆਪਣਾ ਸਰੀਰ ਬਹੁਤ ਵੱਡਾ ਬਣਾ ਲਿਆ, ਆਕਾਸ਼ ਵਿੱਚ ਸਿਰ ਜਾ ਲੱਗਿਆ। ਇਹ ਜਿਹੜੀਆਂ ਕਥਾਵਾਂ ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀਆਂ ਨੇ। ਜਿਹੜੇ ਸਰੋਤੇ ਹੁੰਦੇ ਆ ਨਾ, ਜਿਹੜੇ ਲੰਮੇ ਸਮੇਂ ਤੋਂ ਇਹਨਾਂ ਕਥਾਵਾਂ ਨੂੰ ਸੁਣਦੇ ਹੈ,
ਉਹਨਾਂ ਨੂੰ ਗੱਲ ਸੌਖੇ ਤਰੀਕੇ ਦੇ ਨਾਲ ਸਮਝਾਈ ਜਾ ਸਕਦੀ ਹੈ ਕਿ ਇਹ ਕਥਾਵਾਂ ਪੌਰਾਣਿਕ ਕਥਾਵਾਂ ਨੇ ਸਨਾਤਨ ਮਤ ਦੇ ਧਰਮ ਗ੍ਰੰਥਾਂ 'ਚ ਲਿਖੀਆਂ। ਇੱਕ ਤਾਂ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਉਹਨਾਂ ਦੀ ਜਾਣਕਾਰੀ ਦੇ ਰਹੇ, ਦੂਜਾ ਇਹਦੇ ਤੋਂ ਉਪਦੇਸ਼ ਲੈਣਾ, ਸਿੱਖਿਆ ਲੈਣੀ ਹੈ। ਸਿੱਖਿਆ ਕੀ ਮਿਲਦੀ ਹੈ? ਜਿਵੇਂ ਕਈ ਵਾਰ ਕਹਾਣੀ ਸਾਨੂੰ ਸਾਡੇ ਬਜ਼ੁਰਗ ਸੁਣਾਉਂਦੇ ਹੈ, ਉਹ ਤੋਂ ਸਿੱਖਿਆ ਹੁੰਦੀ ਸੀ। ਗੁਰਬਾਣੀ ਦਾ ਬਚਨ ਸਤਿਗੁਰੂ ਦਾ ਅਸੀਂ ਪੜ੍ਹਦੇ ਹਾਂ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨ੍ਹੈ ਛੱਜ, ਵੀ ਚੂਹਾ ਹੁਣ ਖੱਡ ਵਿੱਚ ਕਿਵੇਂ ਵੜੇਗਾ, ਛੱਜ ਬੰਨ੍ਹਿਆ ਹੋਇਆ ਉਹਦੇ ਨਾਲ। ਉਹ ਸੱਚੀ ਥੋੜ੍ਹੀ ਛੱਜ ਕਿਸੇ ਨੇ ਬੰਨ੍ਹਿਆ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਉਹ ਗੱਲ ਤਾਂ ਇਹ ਸੀ ਵੀ ਬੰਦਾ ਹੰਕਾਰ ਹੀ ਕਰਦਾ, ਐਡਾ ਵੱਡਾ ਬਣ ਬੈਠਾ ਹੈ ਵੀ ਹੁਣ ਉਹ ਕਿਤੇ ਸਮਾ ਨਹੀਂ ਸਕਦਾ। ਤੋ ਇਹ ਉਪਦੇਸ਼ ਕਥਾਵਾਂ ਹਨ। ਇਹਨਾਂ ਦੀ ਇਤਿਹਾਸਕ ਸੱਤਿਅਤਾ ਕੀ ਹੈ, ਇਸ ਨੂੰ ਭਾਈ ਗੁਰਦਾਸ ਸਾਹਿਬ ਨਹੀਂ ਲਿਖ ਰਹੇ। ਇਹ ਗੱਲ ਚੰਗੀ ਤਰ੍ਹਾਂ ਸਮਝ ਲਓ, ਭਾਈ ਗੁਰਦਾਸ ਸਾਹਿਬ ਇਤਿਹਾਸ ਨਹੀਂ ਲਿਖ ਰਹੇ, ਉਹ ਸਿੱਖਿਆ ਦੇ ਰਹੇ ਹੈ ਵੀ ਸਿੱਖਿਆ ਕੀ ਲੈਣੀ ਹੈ। ਉਹਦਾ ਜਿਹੜਾ ਗੁਰੂ ਸੀ ਰਾਜੇ ਬਲ ਦਾ, ਉਹਨੇ ਕਿਹਾ ਵੀ ਸੰਕਲਪ ਨਾ ਕਰੀ ਇਹਨੂੰ ਦਾਨ ਦੇਣ ਦਾ, ਤੈਨੂੰ ਛਲਣ ਵਾਸਤੇ ਆਇਆ ਹੈ। ਰਾਜਾ ਕਹਿੰਦਾ ਨਹੀਂ, ਇਹਨੇ ਨਿੱਕੇ ਜਿਹੇ ਨੇ ਕੀ ਛਲ ਲੈਣਾ ਮੈਨੂੰ, ਨਹੀਂ ਗੱਲ ਮੰਨੀ ਗੁਰੂ ਦੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਬਚਨ ਲਿਖਿਆ, ਬਲ ਰਾਜਾ, ਕਿ ਜਿਹੜਾ ਰਾਜਾ ਬਲ ਸੀ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੂਛੇ ਜਾਏ ਪਿਆਰੀ। ਮਹਾਰਾਜ ਕਹਿੰਦੇ ਬਲ ਰਾਜੇ ਨੂੰ ਆਪਣੀ ਮਾਇਆ, ਧਨ ਦੌਲਤ, ਰਾਜ ਭਾਗ ਦਾ ਹੰਕਾਰ ਸੀ, ਧਰਮ ਦੇ ਕੀਤੇ ਕਰਮਾਂ ਦਾ ਹੰਕਾਰ ਸੀ। ਜਗਨ ਕਰੈ ਬਹੁ ਭਾਰ ਅਫਾਰੀ, ਆਫਰਿਆ ਹੋਇਆ ਹੰਕਾਰ ਦੇ ਸਹਿਤ ਰਾਜਾ ਬਲ ਜਗ ਕਰਦਾ ਸੀ। ਬਿਨ ਗੁਰ ਪੂਛੇ ਜਾਏ ਪਿਆਰੀ, ਤੇ ਗੁਰੂ ਨੂੰ ਪੁੱਛੇ ਤੋਂ ਬਗੈਰ, ਗੁਰੂ ਦਾ ਬਚਨ ਨਹੀਂ ਮੰਨਿਆ, ਗੱਲ ਨਹੀਂ ਮੰਨੀ, ਤੇ ਪਤਾਲ ਵਿੱਚ ਚਲਿਆ ਗਿਆ। ਅੱਗੇ ਜ਼ਿਕਰ ਆਉਣਾ ਇਹਦਾ, ਵੀ ਗੁਰੂ ਦੀ ਗੱਲ ਮੰਨ ਲੈਂਦਾ ਤੇ ਪਤਾਲ ਵਿੱਚ ਨਾ ਜਾਂਦਾ। ਖੈਰ, ਸੋ ਇਹ ਸਿੱਖਿਆਵਾਂ ਨੇ ਇਹਨਾਂ ਕਥਾਵਾਂ ਤੋਂ। ਇਤਿਹਾਸਕ ਸੱਤਿਅਤਾ ਨੂੰ ਇਤਿਹਾਸ ਭਾਈ ਸਾਹਿਬ ਨਹੀਂ ਲਿਖ ਰਹੇ। ਪੁਰਾਣਿਕ ਕਥਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਹੈ। ਸੋ ਉਹਨਾਂ ਤੋਂ ਸਾਨੂੰ ਸਿੱਖਿਆ ਦਿੱਤੀ ਹੈ ਮਹਾਰਾਜ ਨੇ। ਸੋ ਇਹ ਬੇਨਤੀ ਤਾਂ ਕੀਤੀ ਹੈ ਵੀ ਸਰੋਤਾ ਜਨ ਜਿਹੜੇ ਨੇ ਇਸ ਗੱਲ ਨੂੰ ਸੰਗਤ ਚੰਗੀ ਤਰ੍ਹਾਂ ਸਮਝ ਜਾਵੇ, ਕਿਉਂਕਿ ਅੱਜ ਕੱਲ੍ਹ ਹਰ ਬੰਦੇ ਦੀ ਬਿਰਤੀ ਜਿਹੜੀ ਹੈ ਨਾ ਤਰਕਵਾਦੀ ਹੋਈ ਹੈ, ਅਤੇ ਉਹ ਗੱਲਾਂ ਇਸ ਤਰ੍ਹਾਂ ਦੀਆਂ ਕਰਦੇ, ਜੀ ਦੇਖੋ ਇਹ ਗੱਲ ਕਿਵੇਂ ਹੋ ਸਕਦੀ ਹੈ, ਇਹ ਕਹਾਣੀਆਂ ਕਿਵੇਂ ਦੀਆਂ ਨੇ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ। ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ, ਗੁਰੂ ਮਹਾਰਾਜ ਨੇ ਲਿਖੀਆਂ, ਤੁਹਾਨੂੰ ਪੁੱਛ ਕੇ ਥੋੜ੍ਹੀ ਲਿਖਣੀਆਂ ਸੀ। ਮਹਾਰਾਜ ਨੇ ਤਾਂ ਜਾਣਕਾਰੀ ਦਿੱਤੀ, ਨਾਲੇ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ, ਤੋ ਪ੍ਰੇਮਾ ਭਾਵ ਨੂੰ ਜਣਾਇਆ ਵੀ ਜਿਹਦੇ ਅੰਦਰ ਪ੍ਰੇਮ ਭਾਵ ਹੋਵੇ ਫਿਰ ਮਾਲਕ ਉਹਦੇ 'ਤੇ ਕਿਰਪਾ ਕਰਦਾ ਹੈ, ਉਹਦੇ ਅੰਗ ਸੰਗ ਰਹਿੰਦਾ ਹੈ। ਸੋ ਜਦੋਂ ਰਾਜੇ ਨੇ ਸੰਕਲਪ ਕਰਤਾ ਨਾ, ਬਲ ਰਾਜੇ ਨੇ ਵੀ ਠੀਕ ਹੈ 2.5 ਕਦਮ ਜ਼ਮੀਨ ਮਿਣ ਲੈ, ਪਿੱਛੋ ਦੇ ਤ੍ਰਿਹੁ ਲੋ ਨਾ ਮਾਵੇ। ਅਤੇ ਬਾਅਦ ਵਿੱਚ ਉਹ ਬ੍ਰਾਹਮਣ ਭੇਖ ਦੇ ਵਿੱਚ ਜਿਹੜਾ 52 ਅਵਤਾਰ ਆਇਆ ਸੀ ਨਾ ਵਿਸ਼ਨੂੰ ਭਗਵਾਨ, ਉਹਨੇ ਆਪਣੀ ਦੇਹੀ ਸਰੀਰ ਇੰਨਾ ਵੱਡਾ ਬਣਾ ਲਿਆ, ਆਕਾਸ਼ ਵਿੱਚ ਸਿਰ ਜਾ ਲੱਗਾ ਉਹਦਾ, ਤਿੰਨਾਂ ਲੋਕਾਂ ਦੇ ਵਿੱਚ ਉਹ ਸਮਾਉਂਦਾ ਹੀ ਨਹੀਂ ਹੈ, ਏਡਾ ਵੱਡਾ ਬਣ ਗਿਆ। ਦੋਏ ਕਰਵਾਂ ਕਰ ਤਿੰਨ ਲੋ, ਬਲ ਰਾਜਾ ਲੈ ਮਗਰ ਮਿਣਾਵੇ। ਦੋਏ ਕਰਵਾਂ, 2 ਕਦਮਾਂ ਦੇ ਵਿੱਚ ਉਹਨੇ ਤਿੰਨੇ ਲੋਕ ਹੀ ਮਿਣ ਲਏ, ਹੁਣ ਬਾਕੀ ਕੁਝ ਬਚਿਆ ਹੀ ਨਹੀਂ। ਅਤੇ ਰਾਜੇ ਨੂੰ ਕਿਹਾ ਵੀ ਰਾਜਨ ਅਜੇ ਤਾਂ ਅੱਧੀ ਕਦਮ ਰਹਿੰਦੀ ਹੈ, ਹੁਣ ਦੱਸ। ਰਾਜਾ ਜਿਹੜਾ ਸੀ ਉਹ ਮੂਧਾ ਲੰਮੇ ਪੈ ਗਿਆ, ਕਹਿੰਦੇ ਮੇਰਾ ਸਰੀਰ ਹਾਜ਼ਰ ਹੈ, ਇਹ ਮਿਣ ਲਾ। ਅਤੇ ਉਹ 52 ਅਵਤਾਰ ਜਿਹੜਾ ਆਕਾਰ ਸਰੀਰ ਦਾ ਵਧਾਇਆ ਸੀ, ਵਿਸ਼ਨੂੰ ਭਗਵਾਨ ਨੇ ਉਹਦੇ ਉੱਤੇ ਕਦਮ ਰੱਖਿਆ, ਪੈਰ ਰੱਖਿਆ, ਅਤੇ ਪਤਾਲ ਦੇ ਵਿੱਚ ਭੇਜ ਦਿੱਤਾ ਹੇਠਾਂ। ਬਲ ਰਾਜਾ ਲੈ ਮਗਰ ਮਿਣਾਵੇ। ਬਲ ਰਾਜੇ ਦਾ ਮਗਰ, ਜੋ ਸਾਡੇ
ਪਿੱਠ ਵਾਲਾ ਹਿੱਸਾ ਹੁੰਦਾ ਹੈ, ਮਗਰ ਕਹਿੰਦੇ ਹੈ ਵੀ ਆਪਣਾ ਸਰੀਰ ਸਾਰਾ ਉਹਦੇ ਸਾਹਮਣੇ ਲੰਮੇ ਪੈ ਗਏ ਵੀ ਮੇਰਾ ਸਰੀਰ ਮਿਣ ਲਾ। ਸੋ ਉਸ ਨੇ ਪੈਰ ਰੱਖਿਆ ਅਤੇ ਪਤਾਲ ਵਿੱਚ ਭੇਜ ਦਿੱਤਾ। ਬਲ ਛਲ ਆਪ ਛਲਾਇਨ, ਹੋਏ ਦਇਆਲ ਮਿਲੈ ਗਲ ਲਾਵੈ। ਬਲ ਰਾਜੇ ਨੇ 52 ਦੇ ਛਲ ਦੇ ਨਾਲ ਆਪਣੇ ਆਪ ਨੂੰ ਛਲਾ ਲਿਆ, ਆਪਣਾ ਆਪ ਉਹਦੇ ਤੋਂ ਛਲਾ ਲਿਆ। ਹੋਏ ਦਇਆਲ ਮਿਲੈ ਗਲ ਲਾਵੈ, ਅਤੇ ਫਿਰ 52 ਜੀ ਦਿਆਲੂ ਹੋ ਗਏ, ਗਲ ਲਾ ਕੇ ਮਿਲੇ। ਕਿਉਂ ਵਿਘਨ ਤਾਂ ਪੈ ਗਿਆ ਹੁਣ ਉਹਦੇ ਯੱਗ ਦੇ ਵਿੱਚ, ਉਹਨੂੰ ਤਾਂ ਪਤਾਲ 'ਚ ਭੇਜ ਦਿੱਤਾ। ਅਤੇ ਉੱਥੋਂ ਜਦੋਂ ਤੁਰਨ ਲੱਗੇ ਅਤੇ ਰਾਜੇ ਬਲ ਨੇ ਫਿਰ ਚਰਨ ਫੜ ਲਏ। ਕਹਿੰਦੇ ਹੁਣ ਭਗਵਾਨ ਜੀ ਜਾਣਾ ਕਿੱਥੇ ਹੈ? ਤੁਸੀਂ ਕਿਹਾ ਸੀ ਵੀ ਕੁਟੀਆ ਬਣਾ ਕੇ ਇੱਥੇ ਰਹਾਂਗੇ, ਹੁਣ ਮੇਰੇ ਦਰ 'ਤੇ ਇੱਥੇ ਰਹਿਣਾ ਪੈਣਾ ਹੈ। ਅਤੇ ਫਿਰ ਉੱਥੇ ਹੀ ਰਹਿਣਾ ਪਿਆ। ਰਾਜੇ ਬਲ ਦੇ ਪ੍ਰੇਮ ਨੂੰ ਵੇਖ ਕੇ ਅਤੇ ਜੋ ਬਚਨ ਉਹਦੇ ਨਾਲ ਕੀਤਾ ਸੀ, ਉਹ ਬਚਨ ਫਿਰ ਪੂਰਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਦਾ ਬਚਨ ਹੈ, ਅੰਬਰੀਕ ਕਉ ਦਿਓ ਅਭੈ ਪਦ, ਰਾਜ ਭੀਖਨ ਅਦਕ ਕਰਿਓ। ਨੌ ਨਿਧ ਠਾਕੁਰ ਦਈ ਸੁਦਾਮੈ, ਧਰੂ ਅਟਲ ਅਜਹੂ ਨਾ ਟਰਿਓ। ਅਤੇ ਇਸੇ ਦੇ ਵਿੱਚ ਸਾਹਿਬ ਦਾ ਬਚਨ ਆਉਂਦਾ ਹੈ, ਨਾਮਾ ਕਹਿ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਨਾ ਉਹ ਭਗਤੀ ਦੇ ਭਗਤਾਂ ਦੇ ਵਸੀਕਾਰ ਹੈ। ਨਾਮਾ ਕਹਿ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਕਹਿੰਦੇ ਰਾਜੇ ਬਲ ਦੇ ਦਰਬਾਰ ਦੇ ਅੱਗੇ ਅਜੇ ਵੀ ਉਹ ਖਲੋਤਾ ਹੈ, ਦਰਬਾਨ ਬਣਿਆ। ਬਚਨ ਕੀਤਾ ਸੀ ਵੀ ਕੁਟੀਆ ਪਾ ਕੇ ਤੇਰੇ ਘਰ ਦੇ ਮਹਿਲਾਂ ਦੇ ਅੱਗੇ ਰਹਾਂਗਾ। ਸੋ ਇਸ ਤਰ੍ਹਾਂ ਰਾਜੇ ਬਲ ਨੇ ਬਚਨ ਪੂਰਾ ਕੀਤਾ ਅਤੇ ਫਿਰ ਵਿਸ਼ਨੂੰ ਭਗਵਾਨ ਨੂੰ ਕਿਹਾ ਵੀ ਤੁਸੀਂ ਵੀ ਹੁਣ ਬਚਨ ਪੂਰਾ ਕਰੋ, ਇੱਥੇ ਰਹੋ। ਬਲ ਛਲ ਆਪ ਛਲਾਇਨ, ਹੋਏ ਦਇਆਲ ਮਿਲੈ ਗਲ ਲਾਵੈ। ਦਿੱਤਾ ਰਾਜ ਪਤਾਲ ਦਾ, ਹੋਏ ਅਧੀਨ ਭਗਤ ਜਸ ਗਾਵੈ। ਰਾਜੇ ਬਲ ਨੂੰ ਪਤਾਲ ਦਾ ਰਾਜ ਦੇ ਦਿੱਤਾ, ਭਗਤ ਦੇ ਅਧੀਨ ਹੋ ਕੇ ਕਹਿੰਦੇ ਭਗਵਾਨ ਵੀ ਉਹਦਾ ਜਸ ਗਾਉਂਦਾ ਹੈ। ਅਥਵਾ ਰਾਜਾ ਬਲ ਭਗਵਾਨ ਦੇ ਅਧੀਨ ਹੋ ਕੇ ਉਹਦਾ ਜਸ ਗਾਉਂਦਾ ਹੈ, ਬਚਨ ਵੀ ਮੰਨਿਆ, ਉਹਦਾ ਜਸ ਗਾ ਰਿਹਾ ਹੈ। ਹੋਏ ਦਰਵਾਨ ਮਹਾ ਸੁਖ ਪਾਵੈ। ਸੋ ਰਾਜੇ ਬਲ ਦਾ ਦਰਬਾਨ ਬਣ ਕੇ ਜੋ 52 ਅਵਤਾਰ ਆਇਆ ਸੀ ਵਿਸ਼ਨੂੰ ਭਗਵਾਨ, ਉਹ ਵੱਡਾ ਸੁਖ ਪਾਉਂਦਾ ਹੈ। ਪੁਰਾਣਕ ਕਥਾਵਾਂ ਦੇ ਵਿੱਚ ਦਰਜ ਹੈ, ਕਹਿੰਦੇ ਆ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਤਿੰਨੇ ਉਸ ਦੇ ਘਰ ਅੱਗੇ 4-4 ਮਹੀਨੇ ਦਰਬਾਨੀ ਕਰਦੇ ਹੈ, ਪਹਿਰਾ ਦਿੰਦੇ ਹੈ। ਸੋ ਰਾਜਾ ਬਲ ਜਿਹੜਾ ਨਾ ਉਹਨੇ ਆਪਣਾ ਆਪ ਛਲਾਇਆ। ਇਹਦੇ ਤੋਂ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਪਹਿਲਾ ਗੁਰੂ ਦਾ ਬਚਨ ਮੰਨੋ, ਦੂਜਾ ਫਿਰ ਇੰਨੀ ਅਧੀਨਗੀ ਵੀ ਜਿਹੜਾ ਕੋਈ ਆਇਆ ਸੀ ਉਹਨੂੰ ਰਾਜਾ ਬਲ ਮੋੜਦਾ ਨਹੀਂ ਸੀ। ਅਤੇ ਜੇ ਸ਼ੁਕਰ ਨੇ ਕਿਹਾ ਵੀ ਪਹਿਲਾ ਤਾਂ ਬਚਨ ਨਹੀਂ ਮੰਨਿਆ, ਅਤੇ ਦੂਜਾ ਜਦੋਂ ਮਨ ਵਿੱਚ ਸੰਕਲਪ ਕਰ ਹੀ ਲਿਆ ਅਤੇ ਫਿਰ ਭਗਵਾਨ ਨੂੰ ਵੀ ਕਹਿੰਦੇ ਉਹਦਾ ਬਚਨ ਮੰਨਣਾ ਪਿਆ, ਉਹਦੇ ਦਰ 'ਤੇ ਰਹਿਣਾ ਪਿਆ। ਸੋ ਇਹ ਕਥਾਵਾਂ ਤੋਂ ਸਿੱਖਿਆ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦ੍ਰਿੜ ਕਰਵਾ ਰਹੇ ਹੈ। ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ, ਉਸ ਪੌੜੀ ਦੇ ਵਿੱਚ ਤ੍ਰੇਤੇ ਯੁੱਗ ਦੇ ਭਗਤ ਰਾਜਾ ਅੰਬਰੀਕ, ਉਹਦੀ ਕਥਾ ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ। ਇਹ 3 ਪੌੜੀਆਂ ਦੇ ਵਿੱਚ ਸਤਯੁਗ ਦੇ ਭਗਤਾਂ ਦੀ ਕਥਾ ਹੈ। ਧਰੂ, ਪ੍ਰਹਿਲਾਦ ਅਤੇ ਰਾਜਾ ਬਲ, ਇਹ ਸਤਯੁਗ ਵਿੱਚ ਹੋਏ ਹੈ। ਅੰਬਰੀਕ ਜਿਹੜਾ ਹੈ ਤ੍ਰੇਤੇ ਦੇ ਅਖੀਰ ਹੋਇਆ ਅਤੇ ਦੁਆਪਰ ਦੇ ਵਿੱਚ ਵੀ ਰਿਹਾ। ਤ੍ਰੇਤਾ ਸਮਾਪਤ ਹੋਇਆ, ਦੁਆਪਰ ਸ਼ੁਰੂ ਹੋ ਗਿਆ, ਉਦੋਂ ਇਹ ਭਗਤ ਰਿਹਾ। ਸੁਣ ਅੰਬਰੀਕ ਭਗਤ ਦੀ ਕਥਾ। ਇਹ ਅੰਬਰੀਕ ਭਗਤ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਵਾਰ ਆਉਂਦਾ ਹੈ। । 'ਅੰਬਰੀਕ ਮੋਹਿ ਵਰਤ ਹੈ,
ਰਾਤ ਪਈ ਦੁਰਬਾਸਾ ਆਇਆ। ਸੀ ਇਹ ਰਾਜਾ ਅਮਰੀਕ, ਪਰਮਾਤਮਾ ਦੀ ਭਗਤੀ ਕਰਦਾ ਸੀ, ਇਹ ਭਗਤ ਸੀ। ਅਤੇ ਉਸ ਵਕਤ ਜਿਹੜੇ ਕਰਮ ਧਰਮ ਉਹਨਾਂ ਦੇ ਵਿੱਚ ਕਰਨ ਦੇ ਵਿੱਚ ਇਹ ਪ੍ਰਵਿਰਤ ਸੀ, ਵਰਤ ਰੱਖਦਾ ਸੀ। ਅਮਰੀਕ ਮੋਹੇ ਵਰਤ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅਮਰੀਕ ਰਾਜੇ ਦੇ ਮੁਖ ਵਿੱਚ ਵਰਤ ਹੈ। ਇਹਨੇ ਵਰਤ ਰੱਖਿਆ ਸੀ ਇਕਾਦਸ਼ੀ ਦਾ। ਰਾਤ ਪਈ ਦੁਰਬਾਸਾ ਆਇਆ। ਜਦ ਰਾਤ ਪੈ ਗਈ, ਰਾਤ ਬੀਤੀ ਇਕਾਦਸ਼ੀ ਦੀ, ਸੰਧਿਆ ਮਗਰੋਂ ਦੁਰਬਾਸ਼ਾ ਰਿਸ਼ੀ ਆ ਗਿਆ। ਇਹ ਬੜਾ ਗੁੱਸੇ ਵਾਲਾ ਸੀ, ਕ੍ਰੋਧ ਵਾਲਾ ਸੀ, ਝੱਟ ਹੀ ਸ਼ਰਾਪ ਦੇ ਦਿੰਦਾ ਹੁੰਦਾ ਸੀ। ਜਾਦਵਾਂ ਦੀ ਕੁੱਲ ਸਾਰੀ ਇਹਦੇ ਸ਼ਰਾਪ ਦੇ ਨਾਲ ਨਾਸ਼ ਹੋ ਗਈ। ਤੇ ਦੁਰਬਾਸ਼ਾ ਰਿਸ਼ੀ ਦੇ ਮਨ ਵਿੱਚ ਇਹ ਸੀ ਵੀ ਅਮਰੀਕ ਇੱਕ ਤਾਂ ਰਾਜਾ ਹੈ, ਮਹਿਲਾਂ 'ਚ ਰਹਿੰਦਾ ਹੈ, ਗ੍ਰਸਤੀ ਹੈ, ਉਹਦੀ ਸ਼ੋਭਾ ਬਹੁਤ ਹੁੰਦੀ ਹੈ। ਅਸੀਂ ਵਿਰਕਤੀ ਤਿਆਗੀ ਹਾਂ, ਬਾਹਰ ਰਹਿੰਦੇ ਹਾਂ ਜੰਗਲਾਂ 'ਚ, ਅਤੇ ਸਾਡੀ ਉਨੀ ਸ਼ੋਭਾ ਨਹੀਂ ਹੁੰਦੀ। ਤਾਂ ਮਨ ਵਿੱਚ ਦੁਰਬਾਸ਼ਾ ਇਹ ਧਾਰ ਕੇ ਆਇਆ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਸ਼ਰਾਪ ਦੇਣਾ ਹੈ, ਅਮਰੀਕ ਰਾਜੇ ਨੂੰ। ਹੁਣ ਅਮਰੀਕ ਰਾਜੇ ਨੇ ਵਰਤ ਰੱਖਿਆ ਸੀ ਇਕਾਦਸ਼ੀ ਦਾ। ਦੁਆਦਸ਼ੀ ਜਿਹੜੀ 12ਵੀਂ ਆਉਣੀ, ਦੁਆਦਸ਼ੀ ਨੂੰ ਵਰਤ ਖੋਲ੍ਹਣਾ ਸੀ। ਅਤੇ ਉੱਧਰੋਂ ਇਹ ਦੁਰਬਾਸ਼ਾ ਆ ਗਿਆ। ਰਾਤ ਪਈ ਦੁਰਬਾਸ਼ਾ ਆਇਆ। ਸੋ ਰਾਤ ਪਈ, ਜਦੋਂ ਰਾਤ ਬਤੀਤ ਹੋਈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੁਰਬਾਸ਼ਾ ਰਿਸ਼ੀ ਆ ਗਿਆ। ਭੀੜਾ ਉਸ ਉਪਾਰਣਾ, ਉਹ ਉੱਠ ਨਹਾਵਣ ਨਦੀ ਸਿਧਾਇਆ। ਭੀੜਾ ਕਹਿੰਦੇ ਵਰਤ ਨੂੰ। ਰਾਜੇ ਨੇ ਵਰਤ ਖੋਲ੍ਹਣਾ ਸੀ, ਕੁਝ ਨਾ ਕੁਝ ਮੁੱਖ ਵਿੱਚ ਪਾਉਣਾ ਸੀ। ਅਤੇ ਦੁਰਬਾਸ਼ਾ ਨੂੰ ਕਿਹਾ ਵੀ ਆਓ, ਤੁਹਾਨੂੰ ਵੀ ਸਤਿਕਾਰ ਸਹਿਤ ਤੁਸੀਂ ਆ ਗਏ ਹੋ, ਭੋਜਨ ਛਕਣਾ ਤੁਸੀਂ। ਦੁਰਬਾਸ਼ਾ ਕਹਿੰਦਾ ਠੀਕ ਹੈ, ਮੈਂ ਨਾ ਆਪਣਾ ਨਦੀ 'ਤੇ ਨਹਾ ਆਵਾਂ, ਇਸ਼ਨਾਨ ਕਰ ਆਵਾਂ, ਫਿਰ ਆਉਂਦਾ ਹਾਂ। ਉਹ ਨਦੀ 'ਤੇ ਨਹਾਉਣ ਚਲਿਆ ਗਿਆ। ਅਤੇ ਪਤਾ ਸੀ ਵੀ ਦੁਆਦਸ਼ੀ ਇੰਨਾ ਸਮਾਂ ਰਹਿਣੀ ਹੈ। ਜਾਣ ਬੁੱਝ ਕੇ ਉੱਥੇ ਬੈਠਾ ਰਿਹਾ ਨਦੀ 'ਤੇ ਵੀ ਮੈਂ ਜਾਵਾਂ ਨਾ, ਅਤੇ ਰਾਜੇ ਨੇ ਵਰਤ ਨਹੀਂ ਖੋਲ੍ਹਣਾ ਮੇਰੇ ਜਾਣ ਤੋਂ ਪਹਿਲਾਂ, ਫਿਰ ਤਰੌਦਸ਼ੀ ਲੱਗ ਜਾਣੀ ਹੈ। ਸ਼ਾਸਤਰ ਅਨੁਸਾਰ ਫਿਰ ਇਹਨੂੰ ਪਾਪ ਕਰਮ ਲੱਗੇਗਾ। ਵਰਤ ਦੁਆਦਸ਼ੀ ਦੇ ਵਿੱਚ ਹੀ ਖੋਲ੍ਹਣ ਦਾ ਨਿਯਮ ਹੈ ਵੀ ਜੇ ਮੈਨੂੰ ਨਹੀਂ ਉਡੀਕਦਾ ਤਾਂ ਮੈਂ ਗੁੱਸੇ ਹੋ ਕੇ ਸ਼ਰਾਪ ਦੇਵਾਂਗਾ, ਅਤੇ ਜੇ ਮੈਨੂੰ ਉਡੀਕਦਾ ਰਿਹਾ ਉਹਨੇ ਚਿਰ ਨੂੰ ਤਰੌਦਸ਼ੀ ਲੱਗ ਜਾਣੀ ਹੈ, ਅਤੇ ਫਿਰ ਵੀ ਪਾਪ ਲੱਗੇਗਾ ਰਾਜੇ ਨੂੰ। ਭੀੜਾ ਉਸ ਉਪਾਰਨਾ, ਵਰਤ ਖੋਲ੍ਹਣਾ ਸੀ ਰਾਜੇ ਨੇ। ਉਹ ਉੱਠ ਨਹਾਵਣ ਨਦੀ ਸਿਧਾਇਆ। ਅਤੇ ਦੁਰਬਾਸ਼ਾ ਨਦੀ ਵਿੱਚ ਨਹਾਉਣ ਚਲਿਆ ਗਿਆ ਜੀ, ਮੈਂ ਇਸ਼ਨਾਨ ਕਰਨਾ ਹੈ। ਚਰਨ ਉਦਕ ਲੈ ਪੋਖਿਆ, ਉਹ ਸਰਾਪ ਦੇਣ ਨੂੰ ਧਾਇਆ। ਦੁਰਬਾਸ਼ਾ ਮੁੜਿਆ ਹੀ ਨਾ, ਵਾਪਸ ਹੀ ਨਾ ਆਇਆ ਨਦੀ ਤੋਂ ਇਸ਼ਨਾਨ ਕਰਕੇ, ਉੱਥੇ ਹੀ ਬੈਠਾ ਰਿਹਾ। ਰਾਜੇ ਨੇ ਵੇਖਿਆ ਅਮਰੀਕ ਨੇ ਵੀ ਇਹ ਤਾਂ ਆਉਂਦਾ ਨਹੀਂ, ਫਿਰ ਤਰੌਦਸ਼ੀ ਲੱਗ ਜਾਣੀ ਹੈ, ਮੈਂ ਕਾਹਨੂੰ ਪਾਪ ਕਰਮ ਲਵਾਉਣਾ ਹੈ। ਚਰਨ ਉਦਕ ਲੈ ਪੋਖਿਆ, ਠਾਕਰਾਂ ਦੀ ਪੂਜਾ ਕਰਕੇ ਉਹ ਚਰਨ ਉਦਕ, ਚਰਨਾਂ ਦਾ ਅੰਮ੍ਰਿਤ ਲੈ ਕੇ ਰਾਜੇ ਨੇ ਮੁੱਖ ਵਿੱਚ ਪਾ ਲਿਆ। ਉਹ ਚਰਨ ਅੰਮ੍ਰਿਤ ਮੁੱਖ ਵਿੱਚ ਪਾ ਕੇ ਰਾਜੇ ਅਮਰੀਕ ਨੇ ਵਰਤ ਖੋਲ੍ਹ ਲਿਆ ਆਪਣਾ। ਉਹ ਸਰਾਪ ਦੇਣ ਨੂੰ ਧਾਇਆ। ਅਤੇ ਜਦੋਂ ਦੁਰਬਾਸ਼ਾ ਵਾਪਸ ਆਇਆ, ਪਤਾ ਲੱਗਾ ਵੀ ਰਾਜੇ ਨੇ ਤਾਂ ਵਰਤ ਖੋਲ੍ਹ ਲਿਆ। ਦੁਰਬਾਸ਼ਾ ਗੁੱਸੇ ਹੋ ਗਿਆ, ਕ੍ਰੋਧ ਵਿੱਚ ਆ ਗਿਆ, ਮੈਨੂੰ ਕਿਉਂ ਨਹੀਂ ਉਡੀਕਿਆ? ਤੂੰ ਮੂੰਹ ਪਹਿਲਾਂ ਹੀ ਝੂਠਾ ਕਰ ਲਿਆ, ਮੇਰਾ ਸਤਿਕਾਰ ਨਹੀਂ ਇਹਦੇ ਵਿੱਚ, ਮੇਰਾ ਨਿਰਾਦਰ ਹੈ, ਤੂੰ ਤਾਂ ਪਹਿਲਾਂ ਹੀ ਮੂੰਹ ਝੂਠਾ ਕਰ ਲਿਆ, ਜੁਠਾਲ ਲਿਆ। ਅਤੇ ਗੁੱਸੇ ਵਿੱਚ ਆ ਕੇ ਸਰਾਪ ਦੇਣ ਵਾਸਤੇ ਦੌੜਿਆ ਹੈ ਦੁਰਬਾਸ਼ਾ। ਚੱਕਰ ਸੁਦਰਸ਼ਨ ਕਾਲ ਰੂਪ, ਹੋਏ ਪਿਹਾਵਲ ਗਰਭ ਗਵਾਇਆ। ਅਤੇ ਵਿਸ਼ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਇਹ ਦੁਰਬਾਸ਼ਾ ਦੇ ਪਿੱਛੇ ਛੱਡ ਦਿੱਤਾ। ਉਹ ਸੁਦਰਸ਼ਨ ਚੱਕਰ ਉਹਦੇ ਮਹਿਲਾਂ ਦੇ ਅੱਗੇ ਹੀ ਟੰਗਿਆ ਸੀ ਅਮਰੀਕ ਦੇ,
ਵੀ ਜੇ ਕੋਈ ਅਮਰੀਕ ਨੂੰ ਕੋਈ ਬਿਪਤਾ ਮੁਸ਼ਕਲ ਪਵੇਗੀ ਤੇ ਇਹ ਸੁਦਰਸ਼ਨ ਚੱਕਰ ਰਾਜੇ ਅਮਰੀਕ ਦੀ ਰੱਖਿਆ ਕਰੇਗਾ। ਜਦੋਂ ਸਰਾਪ ਦੇਣ ਵਾਸਤੇ ਦੌੜਦਾ ਆਇਆ ਨਾ, ਇਹਨੇ ਆਪਣੀਆਂ ਲਟਾਂ ਚੋਂ ਜਟਾਵਾਂ 'ਚੋਂ ਅਗਨੀ ਪ੍ਰਗਟ ਕੀਤੀ। ਜਟਾਵਾਂ 'ਚੋਂ ਨਿਕਲ ਕੇ ਅੱਗ ਵੀ ਰਾਜੇ ਅਮਰੀਕ ਵੱਲ ਆਈ ਵੀ ਤੈਨੂੰ ਹੁਣ ਭਸਮ ਹੀ ਕਰ ਦੇਣਾ ਹੈ। ਉਸੇ ਵੇਲੇ ਉਹ ਸੁਦਰਸ਼ਨ ਚੱਕਰ ਘੁੰਮਦਾ ਹੋਇਆ ਆ ਗਿਆ। ਇੱਕ ਤਾਂ ਉਸ ਅਗਨੀ ਨੂੰ ਰੋਕਿਆ ਅਤੇ ਉਹ ਸੁਦਰਸ਼ਨ ਚੱਕਰ ਜਿਹੜਾ ਸੀ ਉਹ ਦੁਰਵਾਸ਼ਾ ਦੇ ਪਿੱਛੇ ਲੱਗ ਗਿਆ। ਹੁਣ ਦੁਰਵਾਸ਼ਾ ਅੱਗੇ ਅੱਗੇ ਭੱਜਾ ਜਾਵੇ ਅਤੇ ਸੁਦਰਸ਼ਨ ਚੱਕਰ ਪਿੱਛੇ ਪਿੱਛੇ। ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ। ਅਤੇ ਬੜਾ ਭਿਆਨਕ ਕਾਲ ਰੂਪ ਬਣ ਕੇ ਸੁਦਰਸ਼ਨ ਚੱਕਰ ਦੁਰਵਾਸ਼ਾ ਦੇ ਪਿੱਛੇ ਲੱਗ ਗਿਆ। ਹੁਣ ਦੁਰਵਾਸ਼ਾ ਜਿੱਥੇ ਜਾਵੇ ਉਹ ਘੁੰਮਦਾ ਹੋਇਆ ਤਿੱਖਾ ਸੁਦਰਸ਼ਨ ਚੱਕਰ ਇਹਦੇ ਪਿੱਛੇ ਹੈ। ਅਤੇ ਇਹਦਾ ਫਿਰ ਹੰਕਾਰ ਦੂਰ ਹੋਇਆ ਦੁਰਵਾਸ਼ਾ ਦਾ ਵੀ ਮੈਂ ਤਾਂ ਐਵੇਂ ਪੰਗਾ ਲੈ ਲਿਆ ਅਮਰੀਕ ਰਾਜੇ ਦੇ ਨਾਲ, ਮਨ ਵਿੱਚ ਮੈਂ ਪਹਿਲਾਂ ਹੀ ਧਾਰ ਕੇ ਆਇਆ ਸੀ। ਸੋ ਹੁਣ ਜਿੱਥੇ ਜਾਂਦਾ ਹੈ ਉਹ ਸੁਦਰਸ਼ਨ ਚੱਕਰ ਪਿੱਛੇ ਹੈ। ਫਿਰ ਇਹਦਾ ਹੰਕਾਰ ਦੂਰ ਹੋਇਆ। ਬਾਹਮਣ ਭੰਨਾ ਜੀਓ ਲੈ ਰੱਖ ਨ ਹੰਗਨ ਦੇਵ ਸਬਾਇਆ। ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹ ਬਾਹਮਣ ਦੁਰਵਾਸ਼ਾ ਨਾ ਭੱਜਿਆ। ਬਾਹਮਣ ਭੰਨਾ, ਭੰਨਾ ਦਾ ਅਰਥ ਭੱਜਿਆ, ਦੌੜਿਆ। ਜੀਓ ਲੈ ਆਪਣੀ ਜਿੰਦ ਲੈ ਕੇ ਜਾਨ ਬਚਾਉਣ ਲਈ ਭੱਜਿਆ। ਕਦੀ ਕਿਤੇ ਜਾਵੇ ਕਦੀ ਕਿਤੇ ਦੌੜਾ ਭੱਜਾ ਜਾਵੇ, ਪਰ ਉਹ ਸੁਦਰਸ਼ਨ ਚੱਕਰ ਖਹਿੜਾ ਨਾ ਛੱਡੇ ਇਹਦਾ। ਰੱਖ ਨਾ ਹੰਗਨ ਦੇਵ ਸਬਾਇਆ। ਫਿਰ ਇਹ ਦੇਵਤਿਆਂ ਕੋ ਗਿਆ ਵੀ ਬਚਾ ਲਓ, ਮੈਨੂੰ ਹੁਣ ਮਾਰ ਦੇਣਾ ਸੁਦਰਸ਼ਨ ਚੱਕਰ ਨੇ, ਕੱਟ ਦੇਣਾ, ਮੇਰਾ ਸਿਰ ਲਾਹ ਦੇਣਾ। ਕੋਈ ਵੀ ਦੁਰਵਾਸ਼ਾ ਨੂੰ ਰੱਖ ਨਹੀਂ ਸਕਿਆ। ਵੇਖਿਓ ਇਸ ਕਥਾ ਵਿੱਚੋਂ ਅਖੀਰ 'ਤੇ ਸਿੱਖਿਆ ਕੀ ਮਿਲਦੀ ਹੈ। ਇੰਦਰ ਲੋਕ ਸਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ। ਉਹ ਸੁਦਰਸ਼ਨ ਚੱਕਰ ਤੋਂ ਬਚਣ ਵਾਸਤੇ ਇੰਦਰ ਲੋਕ ਵਿੱਚ ਗਿਆ। ਦੇਵਤਿਆਂ ਨੇ ਇੰਦਰ ਨੂੰ ਕਿਹਾ ਵੀ ਮੈਨੂੰ ਬਚਾ ਲਓ, ਮੈਨੂੰ ਸੁਦਰਸ਼ਨ ਚੱਕਰ ਨੇ ਮਾਰ ਦੇਣਾ। ਉਹ ਕਹਿੰਦੇ ਸਾਡੇ 'ਚ ਇੰਨੀ ਸ਼ਕਤੀ ਨਹੀਂ, ਤੂੰ ਸੰਤ ਦਾ ਦੋਖੀ ਹੈ। ਅਮਰੀਕ ਜਿਹੜਾ ਨਾ ਉਹ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੂੰ ਉਹਦਾ ਦੋਖੀ ਹੈ, ਤੂੰ ਉਹਦਾ ਨਿੰਦਕ ਹੈ। ਸ਼ਰਾਪ ਦੇਣ ਲਈ ਤੂੰ ਹੀ ਗਿਆ ਸੀ, ਅਸੀਂ ਥੋੜ੍ਹੀ ਗਏ ਸੀ। ਹੁਣ ਜਿੱਦਾਂ ਹੁੰਦਾ ਅਸੀਂ ਤਾਂ ਤੈਨੂੰ ਨਹੀਂ ਬਚਾ ਸਕਦੇ। ਸੋ ਇੰਦਰ ਲੋਕ ਨੂੰ ਛੱਡ ਕੇ ਫਿਰ ਸ਼ਿਵ ਲੋਕ ਸ਼ਿਵ ਜੀ ਦੇ ਕੋਲ ਚਲਿਆ ਗਿਆ। ਉਹਨੂੰ ਬੇਨਤੀ ਕੀਤੀ ਬਚਾਓ, ਕਹਿੰਦੇ ਨਹੀਂ, ਮੈਂ ਕਿੱਥੇ ਤੈਨੂੰ ਬਚਾ ਸਕਦਾ ਹਾਂ, ਮੇਰੇ 'ਚ ਤਾਕਤ ਸਮਰੱਥਾ ਨਹੀਂ ਤੈਨੂੰ ਬਚਾ ਸਕਾਂ। ਇੰਦਰ ਲੋਕ ਜਾ ਕੇ ਸ਼ਿਵ ਲੋਕ ਜਾ ਕੇ ਉਹਨਾਂ ਨੂੰ ਛੱਡਿਆ, ਤਿਆਗਿਆ। ਬ੍ਰਹਮ ਲੋਕ ਬੈਕੁੰਠ ਤਜਾਇਆ। ਬ੍ਰਹਮ ਲੋਕ ਬ੍ਰਹਮਾ ਜੀ ਦੇ ਕੋਲ ਗਿਆ ਵੀ ਮੈਨੂੰ ਬਚਾਓ, ਕਹਿੰਦੇ ਨਹੀਂ, ਸੰਤ ਦਾ ਦੋਖੀ ਆ ਤੂੰ, ਤੈਨੂੰ ਨਹੀਂ ਬਚਾਉਣਾ, ਨਾ ਅਸੀਂ ਬਚਾ ਸਕਦੇ ਹਾਂ। ਬੈਕੁੰਠ ਵਿੱਚ ਚਲਿਆ ਗਿਆ, ਬੈਕੁੰਠ ਵਿੱਚ ਵੀ ਕਿਸੇ ਨਾ ਬਚਾਇਆ। ਸੋ ਭੱਜਾ ਫਿਰਦਾ ਹੈ ਦੁਰਵਾਸ਼ਾ, ਉਹ ਸੁਦਰਸ਼ਨ ਚੱਕਰ ਤੋਂ ਖਹਿੜਾ ਨਹੀਂ ਛੁੱਟਦਾ। ਦੇਵਤਿਆਂ ਭਗਵਾਨ ਸਣ ਸਿੱਖ ਦੇ ਸਭਨਾ ਸਮਝਾਇਆ। ਦੇਵਤਿਆਂ ਨੇ ਭਗਵਾਨ ਦੇ ਸਮੇਤ ਇਹਨੂੰ ਸਿੱਖਿਆ ਦਿੱਤੀ ਦੁਰਵਾਸ਼ਾ ਨੂੰ। ਸਾਰਿਆਂ ਨੇ ਚੰਗੀ ਤਰ੍ਹਾਂ ਇਹਨੂੰ ਸਮਝਾਇਆ ਵੀ ਤੈਨੂੰ ਕਿਸੇ ਨੇ ਨਹੀਂ ਬਚਾਉਣਾ। ਹੁਣ ਤੂੰ ਭਗਤ ਦੀ ਨਿੰਦਿਆ ਕੀਤੀ ਹੈ, ਕ੍ਰੋਧ ਵਿੱਚ ਉਹਨੂੰ ਬੋਲਦਾ ਹੈ, ਅਤੇ ਜੇ ਹੁਣ ਤੂੰ ਇਸ ਸੁਦਰਸ਼ਨ ਚੱਕਰ ਤੋਂ ਬਚਣਾ ਹੈ ਤਾਂ ਫਿਰ ਉਹਦੇ ਕੋਲ ਹੀ ਜਾ, ਭਗਤ ਦੇ ਕੋਲ ਹੀ, ਰਾਜੇ ਅਮਰੀਕ ਦੇ ਕੋਲ ਹੀ। ਉਹਦਾ ਮਿੰਨਤ ਤਰਲਾ ਕਰ, ਜਾ ਕੇ ਹੱਥ ਜੋੜ, ਉਹਨੂੰ ਮੱਥਾ ਟੇਕ ਕਿ ਮੈਨੂੰ ਬਚਾ ਲਓ, ਤੁਸੀਂ ਬਚਾ ਸਕਦੇ ਹੋ। ਫਿਰ ਸਾਰਿਆਂ ਨੇ ਸਮਝਾਇਆ ਦੁਰਵਾਸ਼ਾ ਨੂੰ। ਆਏ ਪਿਆ ਸਰਣਾਗਤੀ ਮਾਰੀ ਦਾ ਅੰਬਰੀਕ ਛੁਡਾਇਆ। ਫਿਰ ਇਹ ਗੱਲ ਮੰਨ ਕੇ ਵੀ ਮਰਤਾ ਕਿਆ ਨਾ ਕਰਤਾ, ਪਤਾ ਸੀ ਵੀ ਹੁਣ ਤਾਂ ਸਾਰੇ ਥਾਵਾਂ 'ਤੇ ਚਲਿਆ ਗਿਆ, ਰੱਖਣ ਵਾਲਾ ਅਤੇ ਬਚਾਉਣ ਵਾਲਾ ਕੋਈ ਹੈ ਨਹੀਂ। ਫਿਰ ਇਹ ਰਾਜਾ ਅਮਰੀਕ ਜੋ ਭਗਤ ਹੈ ਉਹਦੀ ਸ਼ਰਨ ਵਿੱਚ ਆ ਕੇ ਪਿਆ। ਦੁਰਵਾਸ਼ਾ ਹੱਥ ਜੋੜੇ, ਤਰਲੇ ਕੀਤੇ ਵੀ ਮੈਥੋਂ ਗਲਤੀ ਹੋ ਗਈ, ਵੀ ਮੈਨੂੰ ਬਚਾ ਲਓ ਇਹ ਸੁਦਰਸ਼ਨ ਚੱਕਰ ਤੋਂ, ਇਹਨੇ ਮੇਰਾ ਸਿਰ ਲਾਹ ਦੇਣਾ ਸੁਦਰਸ਼ਨ ਚੱਕਰ ਨੇ, ਅਤੇ ਮੇਰਾ ਰਹਿਣਾ ਕੱਖ ਨਹੀਂ। ਮਾਰੀ ਦਾ ਅੰਬਰੀਕ ਛੁਡਾਇਆ। ਫਿਰ ਇਹ ਮਰਦਾ ਹੋਇਆ ਦੁਰਵਾਸ਼ਾ ਰਿਸ਼ੀ, ਇਹਨੂੰ ਅੰਬਰੀਕ ਰਾਜੇ ਨੇ ਛੁਡਾ ਲਿਆ। ਬਚਨ ਕਹਿ ਕੇ ਸੁਦਰਸ਼ਨ ਚੱਕਰ ਨੂੰ ਪਿੱਛੇ ਮੋੜਿਆ। ਸੁਦਰਸ਼ਨ ਚੱਕਰ ਨੇ ਪਿੱਛੇ ਹਟ ਜਾਣਾ ਕੀਤਾ
ਤੇ ਦੁਰਵਾਸ਼ਾ ਰਿਸ਼ੀ ਫਿਰ ਬਚਿਆ, ਭਗਤ ਦੇ ਚਰਨੀ ਪੈ ਕੇ ਮੁਆਫੀ ਮੰਗੀ। ਭਗਤ ਵਸ਼ਲ ਜਗ ਬਿਰਦ ਸਦਾਇਆ। ਭਾਈ ਗੁਰਦਾਸ ਸਾਹਿਬ ਜੀ ਹੁਣ ਅਖੀਰਲੀ ਪੰਕਤੀ ਵਿੱਚ ਸਿਧਾਂਤ ਨਿਰੂਪਣ ਕਰਦੇ ਹੈ। ਕਹਿੰਦੇ ਵੇਖੋ, ਭਗਵਾਨ ਨੇ ਆਪਣੇ ਭਗਤਾਂ ਦੀ ਰਾਖੀ ਕਰਨ, ਭਗਤ ਵਸ਼ਲ ਹੋਣ ਦੇ ਬਿਰਦ ਨੂੰ ਕਾਇਮ ਰੱਖਿਆ ਹੈ ਅਤੇ ਭਗਤ ਵਸ਼ਲ ਸਦਾਇਆ ਹੈ। ਉਹ ਭਗਤਾਂ ਨਾਲ ਪ੍ਰੇਮ ਕਰਦਾ ਹੈ, ਭਗਤਾਂ ਦੀ ਰੱਖਿਆ ਕਰਦਾ ਹੈ। ਸੋ ਭਾਈ ਗੁਰਦਾਸ ਸਾਹਿਬ ਨੇ ਇਹਦੇ ਵਿੱਚ ਸਿੱਖਿਆ ਦਿੱਤੀ ਹੈ ਵੀ ਜਿਹੜਾ ਰੱਬੀ ਮਾਰਗ 'ਤੇ ਚੱਲਦਾ ਨਾ, ਪਰਮਾਤਮਾ ਦਾ ਭਗਤ ਪੁਰਸ਼, ਪਹਿਲੀ ਗੱਲ ਤਾਂ ਉਹ ਕ੍ਰੋਧੀ ਨਾ ਹੋਵੇ। ਦੁਰਵਾਸ਼ਾ ਸੜਦਾ ਸੀ, ਈਰਖਾ ਕਰਦਾ ਸੀ ਵੀ ਉਹਦੀ ਅਮਰੀਕ ਦੀ ਸ਼ੋਭਾ ਹੁੰਦੀ ਹੈ ਅਤੇ ਮੇਰੀ ਇੰਨੀ ਸ਼ੋਭਾ ਨਹੀਂ। ਜੇ ਰੱਬ ਦੇ ਮਾਰਗ 'ਤੇ ਚੱਲਿਆ, ਪਹਿਲੀ ਸਿੱਖਿਆ ਇਹ ਹੈ ਵੀ ਕ੍ਰੋਧੀ ਨਾ ਬਣ, ਕ੍ਰੋਧ 'ਤੇ ਕਾਬੂ ਕਰ, ਵਿਸ਼ੇ ਅਧੀਨ ਨਾ ਹੋਵੇ। ਦੂਜੀ ਇਹਦੇ ਵਿੱਚੋਂ ਸਿੱਖਿਆ ਸਾਨੂੰ ਇਹ ਦਿੱਤੀ ਹੈ ਕਿ ਜੇ ਬੰਦਾ ਭੁੱਲ ਕਰਦਾ ਹੈ ਤਾਂ ਜਿਸ ਦੀ ਭੁੱਲ ਕਰੇ ਉਸ ਪਾਸੋਂ ਖਿਮਾ ਚਾਹੇ। ਵੀ ਜੋ ਗਲਤੀ ਕੀਤੀ ਹੈ ਜਾਂ ਕਿਸੇ ਨੂੰ ਕੁਬੋਲ ਬੋਲੇ ਨੇ, ਜਿਹਨੂੰ ਬੋਲੇ ਉਹਦੇ ਕੋਲ ਹੀ ਜਾਵੇ, ਮਾਫੀ ਮੰਗ ਲਵੇ, ਭਾਈ ਮੈਥੋਂ ਗਲਤੀ ਹੋ ਗਈ, ਮੁਆਫ ਕਰ ਦੇ। ਦੂਜੀ ਸਿੱਖਿਆ ਇਹ ਦਿੱਤੀ ਹੈ। ਤੀਜਾ ਵੀ ਜਿਹਦੇ ਤੋਂ ਮਾਫੀ ਮੰਗੀ ਜਾਂਦੀ ਉਹ ਵੀ ਹੁਣ ਆਕੜ ਵਿੱਚ ਨਾ ਰਵੇ, ਉਹ ਵੀ ਮੁਆਫ ਕਰ ਦੇਵੇ ਵੀ ਚੱਲ ਤੈਥੋਂ ਗਲਤੀ ਹੋ ਗਈ, ਮੈਂ ਸਾਰੇ ਵੈਰ ਵਿਰੋਧ ਮਨ 'ਚੋਂ ਭੁਲਾ ਦਿੱਤੇ, ਤੈਨੂੰ ਮੁਆਫ ਕੀਤਾ। ਸੋ ਇਹ ਸਿੱਖਿਆ ਇਹ ਕਥਾ ਤੋਂ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦਿੰਦੇ ਹੈ। ਅਤੇ ਚੌਥਾ ਇਹ ਹੈ ਵੀ ਜਦ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਕੋਈ ਸਤਾਉਂਦਾ ਹੈ ਨਾ, ਤਦ ਫਿਰ ਉਹ ਆਪ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਇਸ ਲਈ ਮਾਲਕ 'ਤੇ ਭਰੋਸਾ ਰੱਖੀਏ, ਉਹਦੀ ਓਟ ਗ੍ਰਹਿਣ ਕਰੀਏ ਅਤੇ ਉਹ ਆਪ ਹੀ ਪਰਮਾਤਮਾ ਪਰਮੇਸ਼ਰ ਰਾਖਾ ਹੈ। ਸੋ ਭਗਤ ਵਸ਼ਲ ਹੈ, ਭਗਤੀ ਨੂੰ, ਭਗਤਾਂ ਨੂੰ ਪਿਆਰ ਕਰਨ ਵਾਲਾ, ਮੁਹੱਬਤ ਕਰਨ ਵਾਲਾ ਹੈ ਪਰਮਾਤਮਾ। ਸੋ ਅੰਬਰੀਕ ਦੀ ਜੈ ਜੈਕਾਰ ਹੋਈ, ਅੰਬਰੀਕ ਦੀ ਰੱਖਿਆ ਕੀਤੀ। ਫਿਰ ਦੁਰਵਾਸ਼ਾ ਨੇ ਆ ਕੇ ਅੰਬਰੀਕ ਭਗਤ ਤੋਂ ਖਿਮਾ ਜਾਚਨਾ ਕੀਤੀ, ਉਹਨੇ ਮੁਆਫ ਕਰ ਦਿੱਤਾ ਅਤੇ ਜਾਨ ਬਚ ਗਈ ਦੁਰਵਾਸ਼ਾ ਦੀ। ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਆਏ ਪਿਆ ਸਰਣਾਗਤੀ, ਮਾਰੀ ਦਾ ਅੰਬਰੀਕ ਛੁਡਾਇਆ, ਭਗਤ ਵਸ਼ਲ ਜਗ ਬਿਰਦ ਸਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।